ਲਾਸਟ ਟਾਈਮ ਬੇਟੇ ਆਪਾਂ ਕਿਹੜਾ ਆਰਟੀਕਲ ਕੀਤਾ ਸੀ? ਵੈਲੋਸਿਟੀ ਤੇ ਸਪੀਡ ਵਾਲਾ ਆਰਟੀਕਲ ਮੈਨੂੰ ਲੱਗਦਾ ਲਾਸਟ ਟਾਈਮ ਆਪਾਂ ਕਰ ਲਿਆ ਨਾ ਜੀ। ਲਾ ਬੇਟੇ ਅੱਜ ਆਪਾਂ ਸ਼ੁਰੂ ਕਰਦੇ ਹਾਂ यूनिफॉर्म मोशन। ਆਪਾਂ ਮੋਸ਼ਨ ਇਨ ਸਟ੍ਰੇਟ ਲਾਈਨ ਕਰ ਰਹੇ ਹਾਂ, ਠੀਕ ਹੈ ਜੀ। ਅੱਜ ਦਾ ਆਪਣਾ ਆਰਟੀਕਲ ਕੀ ਹੈ? यूनिफॉर्म मोशन। यूनिफॉर्म मोशन, व्हाट इज द मीनिंग ऑफ यूनिफॉर्म? हाँ जी बेटे, यूनिफॉर्म का मतलब की हुंदा जी? दैट डू नॉट चेंजेस, एक सार रवे जिहड़ी चीज, ठीक है जी। क्लियर होया कि नहीं होया? ठीक है जी। जिवें आपां जिहड़ी इक्को जी होवे, ਆਪਾਂ ਪੰਜਾਬੀ ਚ ਕਹੀਏ, ਜਿਵੇਂ ਆਪਾਂ ਸਕੂਲ ਦੇ ਵਿੱਚ ਡਰੈਸ ਪਾ ਕੇ ਜਾਂਦੇ ਹਾਂ, ਜਿਹੜੀ ਆਪਾਂ ਉਹਨੂੰ ਕੀ ਕਹਿੰਦੇ ਆ? ਯੂਨੀਫਾਰਮ। ਤਾਂ ਸਾਰੇ ਸਕੂਲ ਦੇ ਬੱਚਿਆਂ ਦੀ ਯੂਨੀਫਾਰਮ ਦਾ ਕਲਰ ਤੇ ਡਰੈਸ ਕੋਡ ਸਾਰਿਆਂ ਦਾ ਕੀ ਹੁੰਦਾ? ਇੱਕੋ ਜਿਹਾ ਹੁੰਦਾ ਨਾ। ਕਹਿੰਦਾ ਮਤਲਬ ਯੂਨੀਫਾਰਮ ਮੋਸ਼ਨ ਕਿਸ ਤਰ੍ਹਾਂ ਦਾ ਹੋਇਆ? ਜਿਹੜਾ ਮੋਸ਼ਨ ਇੱਕੋ ਜਿਹਾ ਹੋਵੇ। ਮੋਸ਼ਨ ਮੀਨਸ ਇੱਥੇ ਆਪਾਂ ਸ਼ਬਦ ਕਿਹੜਾ ਯੂਜ਼ ਕਰਾਂਗੇ, ਜਾਂ ਆਪਾਂ ਕਿਹੜਾ ਸਪੋਜ਼ ਕਰਾਂਗੇ ਵੀ ਇੱਥੇ ਹੈਗਾ ਯੂਨੀਫਾਰਮ ਵੈਲੋਸਿਟੀ ਜਾਂ ਸਪੀਡ। ਜਦੋਂ ਵੀ ਗੱਲ ਆਊਗੀ ਨਾ motion is uniform, it means we are talking about uniform velocity or uniform speed, ठीक है जी। ਹੁਣ what is the definition of velocity? velocity ਦੀ definition ਕੀ ਹੁੰਦੀ ਹੈ? displacement by time, it is the ratio of the displacement to the time, ਠੀਕ ਹੈ ਜੀ। ਇਹਦਾ ਮਤਲਬ ਜੇਕਰ ਮੋਸ਼ਨ ਯੂਨੀਫਾਰਮ ਹੋਵੇ, ਯੂਨੀਫਾਰਮ ਦਾ ਮਤਲਬ ਕੀ ਹੈ? ਇੱਕੋ ਜਿਹਾ ਰਵੇ। ਇਟ ਮੀਨਸ ਕੀ ਹੈ? ਬੋਡੀ ਵਿਲ ਕਵਰ ਇਕੁਅਲ ਡਿਸਟੈਂਸ ਜਾਂ ਡਿਸਪਲੇਸਮੈਂਟ, ਠੀਕ ਹੈ। ਜੇ ਆਪਾਂ ਇੱਥੇ ਨਾਲ ਆਪਾਂ ਸਪੀਡ ਲੈ ਲੈਂਦੇ ਹਾਂ ਤਾਂ ਡਿਸਪਲੇਸਮੈਂਟ ਦੇ ਨਾਲ ਆਪਣੇ ਕੋਲ ਇੱਥੇ ਕੀ ਆ ਜਾਊਗਾ? ਡਿਸਟੈਂਸ। ਜੇ ਯੂਨੀਫਾਰਮ ਰਹਿਣਾ ਵੈਲਿਊ ਨੇ ਤਾਂ ਇਟ ਮੀਨਸ ਬੋਡੀ ਕੀ ਕਵਰ ਕਰੂਗੀ? ਇਕੁਅਲ ਡਿਸਟੈਂਸ ਜਾਂ ਡਿਸਪਲੇਸਮੈਂਟ ਇਨ ਇਕੁਅਲ ਇੰਟਰਵਲ ਆਫ ਟਾਈਮ। ਤਾਂ ਹੀ ਜਿਹੜੀ ਆ ਰੇਸ਼ੋ ਆਪਣੇ ਕੋਲ ਕੀ ਰਹਿਣੀ ਚਾਹੀਦੀ? ਸੇਮ। ਦੱਸੋ ਬੇਟੇ, ਮੇਨ ਲੌਜੀਕ ਹੈ ਜਿਹੜਾ ਉਹ ਕਲੀਅਰ ਹੋਇਆ ਕਿ ਨਹੀਂ ਹੋਇਆ? ਯੂਨੀਫਾਰਮ ਦਾ ਮਤਲਬ ਆਪਣੇ ਕੋਲ ਕੀ ਹੈ? ਜਿਹੜੀ ਸਪੀਡ ਜਾਂ ਵੈਲੋਸਿਟੀ ਹੈ ਉਹਦੀ ਰੇਸ਼ੋ ਕੀ ਰਹਿਣੀ ਚਾਹੀਦੀ ਹੈ? ਸੇਮ। ਜੇਕਰ ਵੈਲੋਸਿਟੀ ਸੇਮ ਕਰਨੀ ਹੈ ਤਾਂ ਇਟ ਮੀਨ ਸਾਨੂੰ ਕੀ ਕਰਨਾ ਪਊਗਾ? ਜਿਹੜੀ ਆ ਰੇਸ਼ੋ ਹੈ ਡਿਸਪਲੇਸਮੈਂਟ ਟੂ ਦ ਟਾਈਮ, ਇਹਨੂੰ ਕੀ ਕਰਨਾ ਪਊਗਾ? ਹਰੇਕ ਇੰਟਰਵਲ ਦੇ ਵਿੱਚ ਇਹਦੀ ਵੈਲਿਊ ਸੇਮ ਕਰਨੀ ਪਊਗੀ। ਸੋ ਆਪਾਂ ਡੈਫੀਨੇਸ਼ਨ ਇਹਦੀ ਕੀ ਦਿੰਨੇ ਆ? ਵਟ ਇਜ਼ ਅ ਯੂਨੀਫਾਰਮ ਮੋਸ਼ਨ? ਆਪਾਂ ਕਵਾਂਗੇ if a body covers equal distance या displacement in equal interval of time, in equal interval of time, then motion किस तरह ਦਾ? यूनिफॉर्म। ਦੱਸੋ ਬੇਟੇ, ਡੈਫੀਨੇਸ਼ਨ ਕਲੀਅਰ ਹੋਈ ਕਿ ਨਹੀਂ? ਹਾਂਜੀ ਬੇਟੇ, ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਵਟ ਇਜ਼ ਯੂਨੀਫਾਰਮ ਮੋਸ਼ਨ? ਆ ਡੈਫੀਨੇਸ਼ਨ ਹੈ ਆਪਾਂ ਯਾਦ ਰੱਖਣੀ ਹੈ। motion is said to be uniform if body covers equal displacement in equal interval of time ਜਾਂ equal distance in equal interval of time। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹਾਂਜੀ ਬੇਟੇ, ਹਾਂ ਜਵਾਬ ਦਿੰਦੇ ਜਾਇਆ ਕਰੋ ਬੇਟੇ, ਠੀਕ ਹੈ। ਹੁਣ ਆਪਾਂ ਐਗਜ਼ਾਮਪਲ ਲੈ ਕੇ ਇਸ ਚੀਜ਼ ਨੂੰ ਪ੍ਰੂਵ ਕਰਦੇ ਹਾਂ। ਇੰਟਰਵਲ ਜਿੱਥੇ ਵੀ ਸ਼ਬਦ ਆਪਾਂ ਵਰਤਾਂਗੇ ਇਹਦਾ ਮਤਲਬ ਉੱਥੇ ਹੋਊਗਾ ਟਾਈਮ, ਠੀਕ ਹੈ ਜੀ।
ਆਪਾਂ ਸਟ੍ਰੇਟ ਲਾਈਨ ਮੋਸ਼ਨ ਬਣਾਉਣ ਵਾਸਤੇ ਆਪਾਂ ਕਿਹਾ ਲੈਟ t ਇਕੁਅਲ ਟੂ 0, t is equal to 2 second, t is equal to 4 second। ਆਪਾਂ ਉਹਦੇ ਵੱਲੋਂ ਇੰਟਰਵਲ ਬਣਾ ਲੇ 6 second ਤੇ t is equal to 8 second। ਕਲੀਅਰ ਹੈ ਬੇਟੇ? ਹੁਣ ਆਪਾਂ ਕੀ ਕਿਹਾ, ਲੈਟ ਅਸ ਟੇਕ ਅ ਬੋਡੀ ਇਜ਼ ਮੂਵਿੰਗ ਫਰੋਮ ਪੁਆਇੰਟ O ਟੂ, ਆਪਾਂ ਪੁਆਇੰਟ ਮਾਰਕ ਕਰ ਲਏ, ਇਹਨੂੰ ਕਹਤਾ ਆਪਾਂ A, ਇਸ ਪੁਆਇੰਟ ਨੂੰ ਆਪਾਂ ਕਹਤਾ B, ਇਸ ਪੁਆਇੰਟ ਨੂੰ ਆਪਾਂ ਕਹਤਾ C ਐਂਡ ਦਿਸ ਇਜ਼ D। ਠੀਕ ਹੈ, ਹੁਣ ਆਪਾਂ ਇਹਦਾ ਟਾਈਮ ਇੰਟਰਵਲ ਦਿੱਤਾ, ਆਪਾਂ ਡਿਸਟੈਂਸ ਜਾਂ ਡਿਸਪਲੇਸਮੈਂਟ ਜੇ ਸਪੋਜ਼ ਕਰਨਾ ਹੈ ਵੀ ਕਿੰਨਾ ਉਹਨੇ ਕਵਰ ਕੀਤਾ, ਤਾਂ ਲੈਟ ਅਸ ਸੇ ਆਪਾਂ ਕਹੀਏ ਪਹਿਲੇ ਇੰਟਰਵਲ ਦੇ ਵਿੱਚ ਮੰਨ ਲਓ ਬੋਡੀ ਕਿਸ ਤਰ੍ਹਾਂ ਨਾਲ ਮੂਵ ਕੀਤੀ ਹੈ। ਆਪਾਂ ਇਹਨੂੰ ਬਣਾਈਏ, ਮੰਨ ਲਓ ਆ ਬੋਡੀ ਨੇ ਆਪਣਾ ਡਿਸਟੈਂਸ ਕਵਰ ਕੀਤਾ ਹੈਗਾ ਇੱਥੋਂ ਤੱਕ। ਡਿਸਟੈਂਸ ਕਿਵੇਂ ਕਵਰ ਕੀਤਾ, ਉਹਦੀ ਵੈਲਿਊ ਕਿੰਨੀ ਹੈ ਆਪਣੇ ਕੋਲ, ਤਾਂ ਆਪਾਂ ਕਹਿ ਦਈਏ ਵੀ ਪਹਿਲੇ ਦੇ ਵਿੱਚ ਮੰਨ ਲਓ ਉਹ 10 ਮੀਟਰ ਮੂਵ ਕੀਤੀ ਹੈ। ਠੀਕ ਹੈ ਜੀ, ਜਿਵੇਂ ਆਹ ਪੁਆਇੰਟ ਦੀ ਵੈਲਿਊ ਆਪਾਂ ਕਹਿ ਦਈਏ 0 to 10, ਆਹ ਪੁਆਇੰਟ ਆਪਾਂ ਕਹਿ ਦਈਏ 20 ਮੀਟਰ, ਆਹ 30 ਮੀਟਰ, ਆਹ 40 ਮੀਟਰ। ਓਰੀਜਨ ਤੋਂ 40 ਮੀਟਰ ਦਾ ਮਤਲਬ ਇੱਥੋਂ ਲੈ ਕੇ ਇੱਥੇ ਤੱਕ ਜਿਹੜੀ ਦੂਰੀ ਹੈ ਉਹ ਆਪਣੇ ਕੋਲ ਕਿੰਨੀ ਹੈਗੀ ਹੈ, 40 ਮੀਟਰ। ਆਲ ਦੀ ਡਿਸਟੈਂਸਿਸ ਆਰ ਮੈਜਰਡ ਫਰੋਮ ਦੀ ਰੈਫਰੈਂਸ ਪੁਆਇੰਟ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ, ਹੁਣ ਦੇਖੋ ਆਪਾਂ ਇੱਥੇ ਚੈੱਕ ਕਰਨਾ ਵੀ ਮੋਸ਼ਨ ਆ ਜਿਹੜਾ ਯੂਨੀਫਾਰਮ ਹੋਇਆ ਹੈਗਾ ਕਿ ਨਹੀਂ ਹੈਗਾ। ਮੋਸ਼ਨ ਯੂਨੀਫਾਰਮ ਹੈਗਾ ਕਿ ਨਹੀਂ ਹੈਗਾ, ਆਪਾਂ ਕਿਹਾ ਇਨ ਇੰਟਰਵਲ OA ਇੰਟਰਵਲ ਦੇ ਵਿੱਚ ਚਲੇ ਗਏ, ਤਾਂ ਅਸੀਂ ਜੇਕਰ ਵੈਲੋਸਿਟੀ ਚੈੱਕ ਕਰਨੀ ਯੂਨੀਫਾਰਮ ਹੈਗੀ ਕਿ ਨਹੀਂ, ਇਹਦਾ ਮਤਲਬ ਸਾਨੂੰ ਰੇਸ਼ੋ ਕਹਿੰਦੀ ਚਾਹੀਦੀ ਹੈ ਡਿਸਟੈਂਸ ਬਾਏ ਟਾਈਮ ਜਾਂ ਡਿਸਪਲੇਸਮੈਂਟ ਬਾਏ ਟਾਈਮ ਦੀ ਰੇਸ਼ੋ ਚਾਹੀਦੀ ਹੈ। ਠੀਕ ਹੈ ਜੀ, O to A ਦੇ ਵਿੱਚ ਕਿੰਨਾ ਜਿਹੜਾ ਉਹ ਡਿਸਟੈਂਸ ਮੂਵ ਕੀਤੀ ਹੈ ਬੋਡੀ, O to A ਦੇ ਵਿੱਚ 10 ਮੀਟਰ ਕਿੰਨਾ ਮੂਵ ਕੀਤੀ ਹੈ, ਤੇ ਟਾਈਮ ਕਿੰਨਾ ਬੇਟੇ 2 ਸੈਕਿੰਡ। ਸ਼ਾਬਾਸ਼, ਤਾਂ ਵੈਲੋਸਿਟੀ ਕਿੰਨੀ ਹੋਗੀ 10/2, 5 ਮੀਟਰ ਪਰ ਸੈਕਿੰਡ, 5 ਮੀਟਰ ਪਰ ਸੈਕਿੰਡ। ਇਹ ਕਿਹੜੇ ਇੰਟਰਵਲ ਚਾਹੀਏ ਬੇਟੇ, OA ਚ। ਹੁਣ ਅਸੀਂ ਦੂਸਰੀ ਵਾਰੀ ਗੱਲ ਕਰੀਏ, ਅਸੀਂ ਦੂਸਰੇ ਇੰਟਰਵਲ ਚਲੇ ਜਾਈਏ AB ਚ, ਇਨ ਇੰਟਰਵਲ AB। AB ਦੇ ਵਿੱਚ ਦੱਸੋ ਬੇਟੇ x ਕਿੰਨਾ, 20 ਨਹੀਂ ਬੇਟੇ, AB ਚ ਇੱਥੇ ਕਿੰਨਾ ਸੀਗਾ, A ਤੇ 10 ਸੀ ਨਾ, B ਤੇ ਕਿੰਨਾ 20, ਤਾਂ x ਕਿੰਨਾ 20 ਮਾਈਨਸ 10 ਇਕੁਅਲ ਟੂ 10 ਮੀਟਰ। ਕਿਉਂਕਿ ਡਿਸਟੈਂਸ ਕਿੱਥੋਂ ਮੈਜਰ ਕਰੀਦੇ ਬੇਟੇ, ਓਰੀਜਨ ਤੋਂ, ਇਹਦਾ ਮਤਲਬ ਆਹ ਡਿਸਟੈਂਸ ਹੈ ਜਿਹੜਾ ਇੱਥੋਂ ਤੱਕ ਉਹ 20 ਹੈ, ਬਟ ਉਹਦੇ ਵਿੱਚੋਂ ਜਿਹੜਾ ਆਹ ਡਿਸਟੈਂਸ ਹੈ ਇੱਥੋਂ ਤੱਕ ਉਹ ਆਪਣੇ ਕੋਲੇ ਕੀ ਹੈ 10, ਆਹ ਵਾਲਾ ਕਿੰਨਾ ਹੋ ਗਿਆ ਫਿਰ 20 ਮਾਈਨਸ 10 ਇਕੁਅਲ ਟੂ 10। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? T ਆਪਣੇ ਕੋਲ ਕਿੰਨਾ ਬੇਟੇ 4 ਸੈਕਿੰਡ ਮਾਈਨਸ 2 ਸੈਕਿੰਡ, ਇੱਥੋਂ ਤੱਕ ਕੁੱਲ ਟਾਈਮ 4 ਸੈਕਿੰਡ ਹੈ, ਬਟ ਆਪਾਂ ਗੱਲ ਕਰ ਰਹੇ ਹਾਂ ਇਸ ਟਾਈਮ ਤੋਂ ਲੈ ਕੇ ਇਸ ਟਾਈਮ ਤੱਕ ਦੀ, ਇਹਦਾ ਮਤਲਬ ਇਹਦੇ ਵਿਚਕਾਰ ਟਾਈਮ ਕਿੰਨਾ ਲਿਆ ਆਪਣੇ ਕੋਲ 4 ਸੈਕਿੰਡ ਮਾਈਨਸ 2 ਸੈਕਿੰਡ ਇਕੁਅਲ ਟੂ, ਵੈਰੀ ਗੁੱਡ ਬੇਟੇ, what is the velocity in the interval AB, 10 by, ਵੈਰੀ ਗੁੱਡ ਬੇਟੇ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਸਿਮਿਲਰਲੀ ਆਪਾਂ ਜਦੋਂ ਨੈਕਸਟ ਇੰਟਰਵਲ 'ਚ ਜਾਵਾਂਗੇ ਤਾਂ ਇੱਥੇ ਵੇਖੋ 30 ਮਾਈਨਸ 20 ਕਿੰਨਾ ਡਿਸਟੈਂਸ ਮੂਵ ਕਰੂਗਾ 10, 6 ਮਾਈਨਸ 4 2, ਤੇ ਇਹਦੇ ਵਿੱਚ ਵੀ ਵੈਲੋਸਿਟੀ ਕਿੰਨੀ ਹੋਊਗੀ 5 ਮੀਟਰ ਪਰ ਸੈਕਿੰਡ, ਇੱਥੇ ਵੀ ਕਿੰਨੀ ਹੋਊਗੀ 5 ਮੀਟਰ ਪਰ ਸੈਕਿੰਡ। ਇਹਦਾ ਮਤਲਬ ਬੋਡੀ ਦੀ ਵੈਲੋਸਿਟੀ ਹਰੇਕ ਇੰਟਰਵਲ 'ਚ ਕਿੰਨੀ ਹੈ
हाँ जी, इक्वल ਕੀ ਹੈ ਇਕੁਅਲ। ਜੇਕਰ ਵੈਲੋਸਿਟੀ ਕੀ ਰਹਿੰਦੀ ਹੈ ਆਪਣੇ ਕੋਲੇ ਹਰੇਕ ਇੰਟਰਵਲ ਦੇ ਵਿੱਚ ਇਕੁਅਲ ਰਹਿੰਦੀ ਹੈ ਇਹਦਾ ਮਤਲਬ ਬਾਡੀ ਕਿਸ ਤਰ੍ਹਾਂ ਨਾਲ ਮੂਵ ਕਰ ਰਹੀ ਹੈ? ਯੂਨੀਫਾਰਮ ਮੋਸ਼ਨ ਜਾਂ ਯੂਨੀਫਾਰਮ ਵੈਲੋਸਿਟੀ। ਧਿਆਨ ਨਾਲ ਦੇਖੋ ਹਰੇਕ ਇੰਟਰਵਲ ਚੋਂ ਡਿਸਟੈਂਸ ਵੀ ਤਾਂ ਇਕੁਅਲ ਕਵਰ ਕਰ ਰਹੀ ਹੈ ਵੇਖੋ 10 ਮੀਟਰ ਇੱਥੇ ਵੀ ਕਿੰਨਾ ਕਵਰ ਕੀਤਾ ਸੀਗਾ 10 ਮੀਟਰ ਇਨ ਇਕੁਅਲ ਇੰਟਰਵਲ ਆਫ ਟਾਈਮ। ਇੰਟਰਵਲ ਆਫ ਟਾਈਮ ਵੀ ਕਿ ਇੱਥੇ ਵੀ 2 ਸੈਕਿੰਡ ਸੀ ਤੇ ਇੱਥੇ ਵੀ ਆਪਣੇ ਕੋਲੇ ਕੀ ਹੈ 2 ਸੈਕਿੰਡ। ਇਹਦਾ ਮਤਲਬ ਕੀ ਕਰ ਰਹੀ ਹੈ ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲ ਆਫ ਟਾਈਮ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਜਦੋਂ ਬਾਡੀ ਆਪਣੇ ਕੋਲ ਕਿਵੇਂ ਮੂਵ ਕਰਦੀ ਇਕੁਅਲ ਡਿਸਟੈਂਸ ਜਾਂ ਡਿਸਪਲੇਸਮੈਂਟ ਇਨ ਇਕੁਅਲ ਇੰਟਰਵਲ ਆਫ ਟਾਈਮ then such type of the motion is called the uniform motion। ਠੀਕ ਹੈ ਜੀ ਯੂਨੀਫਾਰਮ ਮੋਸ਼ਨ ਦੇ ਵਿੱਚ ਜੇ ਆਪਾਂ ਵੈਲੋਸਿਟੀ ਯੂਜ਼ ਕਰਦੇ ਹਾਂ ਤਾਂ ਇਹ ਰੇਸ਼ੋ ਆਪਣੇ ਕੋਲ ਕਹਿੰਦੀ ਹੋ ਜੂਗੀ ਡਿਸਪਲੇਸਮੈਂਟ ਬਾਏ ਟਾਈਮ ਤੇ ਜੇ ਆਪਾਂ ਵਰਡ ਯੂਜ਼ ਕਰਦੇ ਹਾਂ ਸਪੀਡ ਤਾਂ ਕੀ ਬਣ ਜੂਗਾ ਬੇਟੇ ਡਿਸਟੈਂਸ ਬਾਏ ਟਾਈਮ। ਠੀਕ ਹੈ ਜੀ ਆਪਣੇ ਕਹਿਣ ਦਾ ਮਤਲਬ ਵੀ ਇਹ ਚੀਜ਼ ਨੂੰ ਯੂਨੀਫਾਰਮ ਕਰਨਾ ਤਾਂ ਇਹਦੀ ਵੈਲਿਊ ਥਰੂ ਆਊਟ ਕੀ ਰਹਿਣੀ ਚਾਹੀਦੀ ਸੇਮ ਰਹਿਣੀ ਚਾਹੀਦੀ। ਯੂਨੀਫਾਰਮ ਦਾ ਮਤਲਬ ਕੀ ਹੁੰਦਾ ਇੱਕੋ ਜੀ ਇੱਕਸਾਰ। ਠੀਕ ਹੈ ਜੀ ਸੇਮ। ਇਹਦਾ ਮਤਲਬ ਸੇਮ ਕਦੋਂ ਰਹੂਗੀ ਜਦੋਂ ਹਰੇਕ ਇੰਟਰਵਲ ਦੇ ਵਿੱਚ ਜਿਹੜੀ ਆ ਰੇਸ਼ੋ ਆ ਉਹ ਆਪਣੇ ਕੋਲ ਕੀ ਰਵੇ ਸੇਮ ਰਵੇ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਕਲੀਅਰ ਹੈ ਜੀ? ਹੁਣ ਆਪਾਂ ਨੂੰ ਆ ਰਿਲੇਸ਼ਨ ਜੇ ਆਪਾਂ ਇਹਦੇ ਤੋਂ ਛੋਟਾ ਜਿਹਾ ਜਿਵੇਂ ਡਰਾਈਵ ਕਰੀਏ ਆ ਜਿਹੜਾ ਉੱਪਰ ਦੁਬਾਰਾ ਲਿਖਿਆ ਸੀ ਉਹਨੂੰ ਥੋੜਾ ਜਿਹਾ ਆਪਾਂ ਮੋਡੀਫਾਈ ਕਰਕੇ ਲਿਖੀਏ। ਮੰਨ ਲਓ ਆ ਡਿਸਟੈਂਸ ਆਪਣੇ ਕੋਲੇ ਉਹ ਹੈ ਠੀਕ ਹੈ ਆ ਕੋਈ ਪੁਆਇੰਟ A ਲੈ ਲਿਆ ਕੋਈ ਪੁਆਇੰਟ B ਲੈ ਲਿਆ। ਜਿਹੜਾ ਆ ਡਿਸਟੈਂਸ ਹੈ ਇੱਥੋਂ ਤੱਕ ਉਹਨੂੰ ਆਪਾਂ ਕਹਿ ਦਈਏ ਐਕਸ ਬੀ। ਠੀਕ ਹੈ ਜੀ ਜਿਹੜਾ ਆ ਡਿਸਟੈਂਸ ਮੂਵ ਕੀਤਾ ਇਹਨੂੰ ਆਪਾਂ ਕਹਿ ਦਈਏ ਐਕਸ ਏ। ਠੀਕ ਹੈ ਆ ਟਾਈਮ ਨੂੰ ਆਪਾਂ ਕਹਿ ਦਈਏ T1 ਆ ਟਾਈਮ ਨੂੰ ਆਪਾਂ ਕੀ ਕਹਿ ਦਈਏ T2। ਜੇ ਅਸੀਂ ਵੈਲੋਸਿਟੀ ਕੈਲਕੂਲੇਟ ਕਰੀਏ ਇਨ ਇੰਟਰਵਲ AB ਤਾਂ ਵੈਲੋਸਿਟੀ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਡਿਸਪਲੇਸਮੈਂਟ ਬਾਏ ਟਾਈਮ। ਇਹਦੇ ਵਿੱਚ ਕਿੰਨਾ ਡਿਸਪਲੇਸਮੈਂਟ ਕਵਰ ਕੀਤਾ ਬਾਡੀ ਨੇ ਐਕਸ ਬੀ ਮਾਈਨਸ ਐਕਸ ਏ ਐਕਸ ਬੀ ਮਾਈਨਸ ਐਕਸ ਏ। ਟਾਈਮ ਕਿੰਨਾ ਐਸ ਇੰਟਰਵਲ ਦੇ ਵਿੱਚ T2 ਕੁੱਲ ਟਾਈਮ ਹੈ ਇੱਥੋਂ ਲੈ ਕੇ ਇੱਥੋਂ ਤੱਕ ਜਿਹੜਾ ਟਾਈਮ ਹੈ ਉਹ T2 ਹੈ ਇੱਥੋਂ ਲੈ ਕੇ ਇੱਥੋਂ ਤੱਕ T1 ਹੈ ਤਾਂ ਆਹ ਕਿੰਨਾ ਰਹਿ ਗਿਆ T2 ਮਾਈਨਸ T। ਦੱਸੋ ਬੇਟਾ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਇਹਨੂੰ ਅਸੀਂ ਐਂ ਲਿਖ ਸਕਦੇ ਹਾਂ ਐਕਸ ਬੀ ਮਾਈਨਸ ਐਕਸ ਇਜ਼ ਇਕੁਅਲ ਟੂ ਵੀ ਇੰਟੂ T2 ਮਾਈਨਸ T1 ਲਿਖ ਸਕਦੇ ਨੇ ਬੇਟੇ। ਇਹ ਆਪਣੇ ਕੋਲ ਕੀ ਚੇਂਜ ਇਨ ਡਿਸਟੈਂਸ ਜਾਂ ਚੇਂਜ ਇਨ ਟਾਈਮ ਹੈ ਚੇਂਜ ਇਨ ਡਿਸਪਲੇਸਮੈਂਟ ਹੈ ਜਾਂ ਚੇਂਜ ਇਨ ਡਿਸਟੈਂਸ ਹੈ ਆ ਆਪਣੇ ਕੋਲ ਕੀ ਹੈ ਚੇਂਜ ਇਨ ਟਾਈਮ ਹੈ। ਇਹਨੂੰ ਆਪਾਂ ਇਸ ਤਰ੍ਹਾਂ ਨਾਲ ਵੀ ਲਿਖ ਸਕਦੇ ਹਾਂ ਡੈਲਟਾ ਚੇਂਜ ਨੂੰ ਡਿਨੋਟ ਕਰਦਾ ਡੈਲਟਾ ਐਕਸ ਇਜ਼ ਇਕੁਅਲ ਟੂ ਕੀ ਆਇਆ ਸੀਗਾ ਇੱਥੇ v ਇੰਟੂ ਡੈਲਟਾ ਟੀ। ਠੀਕ ਹੈ ਜੀ ਜਾਂ ਆਪਾਂ ਇਹਨੂੰ ਐ ਲਿਖ ਸਕਦੇ ਜਿਹੜਾ ਤੁਸੀਂ ਛੋਟੀਆਂ ਕਲਾਸਾਂ 'ਚ ਡਿਸਪਲੇਸਮੈਂਟ ਨੂੰ ਲਿਖਦੀ s v ਇੰਟੂ ਟੀ। ਦੱਸੋ ਬੇਟਾ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਤੁਸੀਂ ਯਾਰ ਲਿਖਣ ਵੀ ਨਹੀਂ ਕਰਦੇ ਸੀ ਦੂਰੀ ਬਰਾਬਰ ਗਤੀ ਗੁਣਾ ਸਮਾਂ ਪੰਜਾਬੀ ਮੀਡੀਅਮ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ ਤੁਸੀਂ ਕੀ ਲਿਖਦੇ ਸੀਗੇ ਡਿਸਟੈਂਸ ਇਜ਼ ਇਕੁਅਲ ਟੂ ਜਾਂ ਡਿਸਪਲੇਸਮੈਂਟ ਇਜ਼ ਇਕੁਅਲ ਟੂ ਵੈਲੋਸਿਟੀ ਇਨਟੂ ਟਾਈਮ। ਇਹ ਆਪਣੇ ਕੋਲ ਡਰਾਈਵ ਹੋ ਗਿਆ ਰਿਲੇਸ਼ਨ। ਠੀਕ ਹੈ ਜੀ ਹੁਣ ਆਪਾਂ ਗੱਲ ਕਰੀਏ ਨਾਨ ਯੂਨੀਫਾਰਮ ਦਾ ਮਤਲਬ ਕੀ ਹੈ ਜਿਵੇਂ ਆਪਾਂ ਗੱਲ ਕੀਤੀ ਹੈ ਯੂਨੀਫਾਰਮ ਤਾਂ ਨਾਨ ਯੂਨੀਫਾਰਮ ਆਪਣੇ ਆਪ ਹੀ ਕਰਦੇ ਜਾਣਾ। ਯੂਨੀਫਾਰਮ ਦੇ ਵਿੱਚ ਹੋ ਗਿਆ ਇਕੁਅਲ ਜਾਂ ਸੇਮ ਤੇ ਨਾਨ ਯੂਨੀਫਾਰਮ ਦਾ ਮਤਲਬ ਕੀ ਹੋਊਗਾ ਨਾਟ ਸੇਮ।
ਸੇਮ ਵਾਸਤੇ ਕੀ ਆਪਾਂ ਡੈਫੀਨੇਸ਼ਨ ਦਿੱਤੀ ਹੈ, ਇਕੁਅਲ ਡਿਸਪਲੇਸਮੈਂਟ ਇਨ ਇਕੁਅਲ ਇੰਟਰਵਲ ਆਫ ਟਾਈਮ। ਠੀਕ ਹੈ ਜੀ। ਤੇ ਨਾਨ ਯੂਨੀਫਾਰਮ ਦੇ ਵਿੱਚ ਕੀ ਹੈ, ਰੇਸ਼ੋ ਸੇਮ ਨਹੀਂ ਆਊਗੀ ਤਾਂ ਬਾਡੀ ਕੀ ਕਵਰ ਕਰੂਗੀ, ਅਨਇਕੁਅਲ ਡਿਸਟੈਂਸ ਜਾਂ ਅਨਇਕੁਅਲ ਡਿਸਪਲੇਸਮੈਂਟ ਇਨ ਇਕੁਅਲ ਇੰਟਰਵਲ ਆਫ ਟਾਈਮ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੈ? ਜਦੋਂ ਨਾਨ ਯੂਨੀਫਾਰਮ ਕਿਤੇ ਵੀ ਵਰਡ ਆਊਗਾ, ਨਾਨ ਯੂਨੀਫਾਰਮ ਮੋਸ਼ਨ ਆਊਗਾ, ਨਾਨ ਯੂਨੀਫਾਰਮ ਐਕਸਲਰੇਸ਼ਨ ਆਊਗਾ, ਇਟ ਮੀਨਸ ਜਿਹੜੀ ਵੀ ਚੀਜ਼ ਦੀ ਉਹ ਗੱਲ ਕਰ ਰਿਹਾ ਉਹ ਜਿਹੜੀ ਰੇਸ਼ੋ ਹੈਗੀ ਉਹ ਰੇਸ਼ੋ ਹਰੇਕ ਇੰਟਰਵਲ 'ਚ ਸੇਮ ਨਹੀਂ ਹੈਗੀ, ਤਾਂ ਉਹ ਵਰਡ ਬਣ ਜਾਊਗਾ ਨਾਨ ਯੂਨੀਫਾਰਮ। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਤੇ ਜੇ ਉਹ ਰੇਸ਼ੋ ਸੇਮ ਰਹਿ ਰਹੀ ਹੈ ਉਸ ਇੰਟਰਵਲ ਦੇ ਵਿੱਚ, ਤਾਂ ਰੇਸ਼ੋ ਸਾਡੇ ਕੋਲ ਕੀ ਬਣ ਜੂਗੀ, ਕਾਂਸਟੈਂਟ ਆਊਗੀ, ਸੇਮ ਆਊਗੀ, ਤਾਂ ਮੋਸ਼ਨ ਕਿਸ ਤਰ੍ਹਾਂ ਦਾ ਹੋਊਗਾ, ਯੂਨੀਫਾਰਮ। ਠੀਕ ਹੈ ਜੀ। ਨੈਕਸਟ ਦੇਖੋ, ਇੰਸਟੈਂਟੇਨੀਅਸ। ਹਾਂਜੀ ਬੇਟੇ। ਰੇਸ਼ੋ ਨਹੀਂ ਸੇਮ ਹੋਣੀ ਚਾਹੀਦੀ ਨਾ, ਫਿਰ ਵੀ ਉਹੀ ਗੱਲ ਹੀ ਆਊਗੀ, ਰੇਸ਼ੋ ਨਹੀਂ ਸੇਮ ਹੋਣੀ ਚਾਹੀਦੀ। ਜਿਵੇਂ ਮਰਜ਼ੀ ਐਡਜਸਟਮੈਂਟ ਕਰ ਲਓ, ਜੇ ਰੇਸ਼ੋ ਸੇਮ ਆਈ, ਜਿਵੇਂ ਆਪਾਂ 5-5 ਕੈਲਕੂਲੇਟ ਕੀਤੀ ਸੀ, ਫਿਰ ਯੂਨੀਫਾਰਮ ਹੋ ਗਿਆ। ਜੇ ਕਿਸੇ 'ਚ 5 ਆਈ, ਕਿਸੇ 'ਚ 7 ਆਈ, ਕਿਸੇ 'ਚ 10 ਆਈ, ਕਿਸੇ 'ਚ 2 ਆਈ, ਤਾਂ ਕਿਸ ਤਰ੍ਹਾਂ ਦਾ ਹੋ ਗਿਆ, ਨਾਨ ਯੂਨੀਫਾਰਮ। ਬਟ ਆਪਾਂ ਕੈਲਕੂਲੇਸ਼ਨ ਨੂੰ ਆਸਾਨ ਕਰਨ ਦੇ ਲਈ ਆਪਾਂ ਕੀ ਕਰਦੇ ਆ, ਇੰਟਰਵਲ ਕੀ ਲੈ ਕੇ ਚੱਲਦੇ ਆ, ਇਕੁਅਲ ਟਾਈਮ। ਆਪਾਂ ਮੰਨ ਲਓ 2 ਸੈਕਿੰਡ ਬਾਅਦ ਰੀਡਿੰਗ ਲੈ ਲਈ, ਫਿਰ 4 ਸੈਕਿੰਡ ਬਾਅਦ ਰੀਡਿੰਗ ਲੈ ਲਈ, ਫਿਰ 6 ਸੈਕਿੰਡ ਬਾਅਦ ਰੀਡਿੰਗ ਲੈ ਲਈ। ਇਹ ਵੀ ਕਹਿ ਸਕਦੇ ਆ ਅਨਇਕੁਅਲ ਡਿਸਪਲੇਸਮੈਂਟ, ਅਨਇਕੁਅਲ ਇੰਟਰਵਲ ਆਫ ਟਾਈਮ ਵੀ ਹੋ ਸਕਦਾ। ਬਟ ਮੇਨ ਜਿਹੜੀ ਗੱਲ ਹੈ ਵੀ ਦੋਵਾਂ ਦੀ ਰੇਸ਼ੋ ਕੀ ਹੋਣੀ ਚਾਹੀਦੀ ਹੈ, ਉਹ ਸੇਮ ਨਹੀਂ ਹੋਣੀ ਚਾਹੀਦੀ ਹਰੇਕ ਇੰਟਰਵਲ ਦੇ ਵਿੱਚ। ਜੇ ਉਹ ਹਰੇਕ ਇੰਟਰਵਲ ਦੇ ਵਿੱਚ ਆਊਗੀ ਸੇਮ, ਤਾਂ ਆਊਗਾ ਮੋਸ਼ਨ ਯੂਨੀਫਾਰਮ। ਜੇ ਸੇਮ ਨਹੀਂ ਆਊਗੀ ਤਾਂ ਮੋਸ਼ਨ ਕਿਸ ਤਰ੍ਹਾਂ ਦਾ ਹੋਊਗਾ, ਨਾਨ ਯੂਨੀਫਾਰਮ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਲੋ ਅਗਲਾ ਆਰਟੀਕਲ ਵੇਖੋ, ਇੰਸਟੈਂਟੇਨੀਅਸ ਵੈਲੋਸਿਟੀ। ਇੰਸਟੈਂਟੇਨੀਅਸ ਦਾ ਮਤਲਬ ਕੀ ਹੈ, ਐਟ ਦੈਟ ਇਨਸਟੈਂਟ ਆਫ ਟਾਈਮ। ਇਹਨੂੰ ਯਾਦ ਰੱਖੋ, ਆਪਾਂ ਮਤਲਬ ਸ਼ਾਬਦਿਕ ਅਰਥ ਕਹੀਏ, ਐਟ ਦੈਟ ਇੰਸਟੈਂਸ ਆਫ ਟਾਈਮ। ਜਿਵੇਂ ਮੰਨ ਲਓ ਆਪਾਂ ਬਾਈਕ ਤੇ ਜਾ ਰਹੇ ਹਾਂ, ਠੀਕ ਹੈ ਜੀ, ਜਾਂ ਸਕੂਟਰੀ ਤੇ ਜਾ ਰਹੇ ਹਾਂ ਆਪਾਂ, ਤਾਂ ਆਪਣੇ ਕੋਲ ਕੀ ਹੈ ਬੇਟੇ, ਫਰੰਟ ਦੇ ਉੱਤੇ ਸਪੀਡੋਮੀਟਰ ਲੱਗਿਆ ਹੁੰਦਾ, ਜਿਹਦੇ ਤੇ ਸੂਈ ਲੱਗੀ ਹੁੰਦੀ ਹੈ, 20 30 40 50 60 ਇਸ ਤਰ੍ਹਾਂ ਰੀਡਿੰਗ ਆਉਂਦੀ ਹੈ। ਜਦੋਂ ਵੀ ਅਸੀਂ ਕਿਸੇ ਵੀ ਸਮੇਂ ਦੇ ਉੱਪਰ ਉਸ ਸਪੀਡੋਮੀਟਰ ਨੂੰ ਵੇਖਦੇ ਹਾਂ, ਤਾਂ ਜਿੰਨੀ ਵੀ ਵੈਲਿਊ ਉਹ ਸਮੇਂ ਦਿਖਾ ਰਿਹਾ ਹੁੰਦਾ ਉਹਨੂੰ ਕਹਿੰਦੇ ਇੰਸਟੈਂਟੇਨੀਅਸ ਵੈਲਿਊ। ਤੁਸੀਂ ਜਦੋਂ ਵੈਲਿਊ ਵੇਖੀ ਉਦੋਂ ਵੈਲਿਊ ਵੈਲੋਸਿਟੀ ਦੀ ਕਿੰਨੀ ਸੀ, ਇਹਦਾ ਮਤਲਬ ਉਹ ਵੈਲਿਊ ਕਿਹੜੀ ਹੋਊਗੀ, ਇੰਸਟੈਂਟੇਨੀਅਸ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਮਤਲਬ ਐਟ ਦੈਟ ਇਨਸਟੈਂਟ ਆਫ ਟਾਈਮ, ਐਟ ਦੈਟ ਇਨਸਟੈਂਟ ਆਫ ਟਾਈਮ ਜਦੋਂ ਪੁੱਛਿਆ ਉਸੇ ਇੰਟਰਵਲ ਦੇ ਉੱਪਰ। ਠੀਕ ਹੈ ਜੀ। ਆਪਾਂ ਇਹਨੂੰ ਡੈਫੀਨੇਸ਼ਨ ਜਦੋਂ ਆਪਾਂ ਲਿਖਾਂਗੇ, ਇਹਨੂੰ ਆਪਾਂ ਕਿਵੇਂ ਕਿਸ ਤਰ੍ਹਾਂ ਨਾਲ ਡਰਾਈਵ ਕਰਦੇ ਹਾਂ। ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਇਸ ਤਰ੍ਹਾਂ ਨਾਲ ਆਪਾਂ ਕੋਈ ਵੀ ਜੇਕਰ ਇੰਟਰਵਲ ਬਣਾਉਣੇ ਹੈ, ਮੰਨ ਲਓ ਉਹਨੂੰ ਓਰੀਜਨ ਉਹ ਕਹਤਾ A B ਹੈ, ਕੋਈ ਵੀ ਆਪਾਂ ਵੈਲਿਊਜ਼ ਲਈਆਂ ਸੀ, ਠੀਕ ਹੈ ਜੀ। ਮੰਨ ਲਓ ਇੱਥੇ t ਇਜ਼ ਇਕੁਅਲ ਟੂ 0 ਹੈ, ਰੈਸਟ ਦੇ ਵਿੱਚ ਮੰਨ ਲਓ t ਇਜ਼ ਇਕੁਅਲ ਟੂ t1 ਹੋ ਗਿਆ, t ਇਜ਼ ਇਕੁਅਲ ਟੂ t2। ਮੰਨ ਲਓ ਇੱਥੇ x1 ਕਵਰ ਕੀਤਾ, ਇੱਥੇ x2 ਕਵਰ ਕੀਤਾ। ਠੀਕ ਹੈ, ਆਪਾਂ ਤਾਂ ਗੱਲ ਕੀਤੀ ਸੀ ਸਾਰੇ ਇੰਟਰਵਲ ਦੀ। ਜਦੋਂ ਆਪਾਂ ਵੈਲੋਸਿਟੀ ਕੈਲਕੂਲੇਟ ਕਰਦੇ ਹਾਂ ਤਾਂ ਆਪਾਂ ਆ ਸਾਰੇ ਇੰਟਰਵਲ ਦੀ ਗੱਲ ਕਰਦੇ ਹਾਂ। ਠੀਕ ਹੈ, ਉਹ ਆਪਾਂ ਕਿਵੇਂ ਕੱਢੀ ਸੀ, x2 ਮਾਈਨਸ x1 ਡਿਵਾਈਡ ਬਾय t2 ਮਾਈਨਸ t1। ਉਹ ਤਾਂ ਸਾਰੇ ਇੰਟਰਵਲ ਦੀ ਗੱਲ ਹੈ। ਪਰ ਜੇ ਆਪਾਂ ਕਹੀਏ ਵੀ ਇੱਥੇ ਦੱਸ ਵੈਲੋਸਿਟੀ ਕਿੰਨੀ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਜਾਂ ਆਪਾਂ ਕਹੀਏ ਇੱਥੇ ਵੈਲੋਸਿਟੀ ਕਿੰਨੀ ਹੈ, ਇਸ ਇੰਟਰਵਲ ਦੀ ਸਾਰੇ ਦੀ ਵੈਲਿਊ ਤਾਂ ਆਪਾਂ ਕੱਢ ਲਾਂਗੇ। ਠੀਕ ਹੈ, ਇੱਥੇ x 0 ਹੈ, ਇੱਥੇ x1 ਹੈ, ਤਾਂ ਰੇਸ਼ੋ ਹੋ ਜੂ x1 ਮਾਈਨਸ x0 ਡਿਵਾਈਡ ਬਾय ਇੱਥੇ t1 ਹੈ, ਇੱਥੇ ਕਿੰਨੀ ਹੈ, 0 ਹੈ। ਤਾਂ ਇਹ ਤਾਂ ਵੈਲੋਸਿਟੀ ਦੀ ਵੈਲਿਊ ਸਾਰੇ ਇੰਟਰਵਲ 'ਚ ਆ ਗਈ। ਬਟ ਜੇ ਆਪਾਂ ਨੂੰ ਇੱਕ ਖਾਸ ਸਮੇਂ ਦੇ ਪੁੱਛਿਆ ਜਾਵੇ ਵੀ ਹੁਣ ਦੱਸੋ ਵੈਲਿਊ ਕਿੰਨੀ ਹੈ, ਮੈਂ ਕਹਾਂ ਵਾਟ ਇਜ਼ ਦੀ ਵੈਲਿਊ ਐਟ ਦੈਟ ਮੂਮੈਂਟ,
ਤਾਂ ਆਪਾਂ ਜਿਹੜੀ ਇਸ ਪੁਆਇੰਟ ਦੇ ਉੱਪਰ ਐਟ ਦੈਟ ਮੂਮੈਂਟ ਵੈਲਿਊ ਕੈਲਕੂਲੇਟ ਕਰਦੇ ਹਾਂ, ਦੈਟ ਇਜ਼ ਕਾਲਡ ਦੀ ਇੰਸਟੈਂਟੇਨੀਅਸ ਵੈਲਿਊ। ਜੇ ਵੈਲੋਸਿਟੀ ਕੈਲਕੂਲੇਟ ਕਰ ਰਹੇ ਹਾਂ ਤਾਂ ਆਪਾਂ ਇਹਨੂੰ ਕਹਿ ਦਿੰਦੇ ਹਾਂ ਇੰਸਟੈਂਟੇਨੀਅਸ ਵੈਲੋਸਿਟੀ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੈ ਡੈਫੀਨੇਸ਼ਨ? ਇਹਦਾ ਮਤਲਬ ਅਸੀਂ ਅਸਲ ਦੇ ਵਿੱਚ ਕੀ ਕੀਤਾ ਹੈ, ਜਿਹੜਾ ਆ ਇੰਟਰਵਲ ਏ ਬੀ ਸੀ ਨਾ, ਇਹਨੂੰ ਅਸੀਂ ਛੋਟਾ ਕਰਤਾ। ਇਹਨੂੰ ਅਸੀਂ ਕੀ ਕਰਤਾ? ਸਮਾਲ ਲੈ ਲਿਆ, ਵੈਰੀ ਵੈਰੀ ਸਮਾਲ। ਜੇ ਸਮਾਲ ਲਵਾਂਗੇ ਤਾਂ ਜਿਹੜਾ ਇਹਨਾਂ ਦੋਵਾਂ ਦੇ ਵਿੱਚ ਟਾਈਮ ਦਾ ਡਿਫਰੈਂਸ, ਜਿਹਨੂੰ ਆਪਾਂ ਡੈਲਟਾ ਟੀ ਕਹਿੰਦੇ ਸੀ, ਦੈਟ ਵਿਲ ਬੀ ਵੈਰੀ ਵੈਰੀ ਸਮਾਲ, ਆਲਮੋਸਟ ਇਕੁਅਲ ਟੂ 0। ਜਦੋਂ ਆਪਾਂ ਇਸ ਤਰ੍ਹਾਂ ਨਾਲ ਲਿਖਦੇ ਹਾਂ ਨਾ, ਇਹਦਾ ਮਤਲਬ ਇਹਨੂੰ ਆਪਾਂ ਕੀ ਕਹਿੰਦੇ ਵੀ ਆਲਮੋਸਟ ਇਕੁਅਲ ਟੂ 0। ਜਾਂ ਆਪਾਂ ਇਹਨੂੰ ਵਰਡ ਕੀ ਯੂਜ਼ ਕਰਦੇ ਹਾਂ, ਡੈਲਟਾ ਟੀ, ਇਸ ਤਰ੍ਹਾਂ ਨਾਲ ਤੀਰ ਦਾ ਨਿਸ਼ਾਨ ਲਾ ਦਿੰਨੇ, ਅੱਗੇ ਲਿਖ ਦਿੰਨੇ 0। ਇਹਦਾ ਮਤਲਬ ਕੀ ਹੈ? ਅਪਰੋਚਿਸ ਟੂ 0। ਕੀ ਕਹਿੰਦੇ ਬੇਟੇ ਆਪਾਂ ਨੂੰ? ਅਪਰੋਚਿਸ ਟੂ 0। ਦੱਸੋ ਬੇਟੇ ਆ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇੰਸਟੈਂਟੇਨੀਅਸ ਦਾ ਮਤਲਬ ਕੀ ਹੈ ਵੀ ਅਸੀਂ ਐਟ ਦੈਟ ਇਨਸਟੈਂਟ ਪਤਾ ਕਰਨੀ ਹੈ। ਪੁਰਾਣੀ ਡੈਫੀਨੇਸ਼ਨ ਤੋਂ ਹੀ ਕਿਵੇਂ ਕੱਢਾਂਗੇ ਵੀ ਜਿਹੜਾ ਇੰਟਰਵਲ ਪਹਿਲਾਂ ਵੱਡਾ ਸੀ, ਉਹ ਇੰਟਰਵਲ ਅਸੀਂ ਕੀ ਕਰਤਾ? ਛੋਟਾ ਕਰਤਾ। ਇੰਟਰਵਲ ਕੀ ਕਰਤਾ ਬੇਟੇ? ਵੈਰੀ ਵੈਰੀ ਸਮਾਲ। ਕਿੰਨਾ ਕੁ ਸਮਾਲ ਕਰਤਾ? ਡੈਲਟਾ ਟੀ ਅਪਰੋਚਿਸ ਟੂ 0। ਅਪਰੋਚਿਸ ਟੂ 0 ਦਾ ਮਤਲਬ ਹੈ ਵੀ ਉਹ ਆਲਮੋਸਟ 0 ਹੈ। 0 ਤੋਂ ਬਾਹਲਾ ਜ਼ਿਆਦਾ ਵੱਡਾ ਵੀ ਨਹੀਂ, 0 ਤੋਂ ਛੋਟਾ ਵੀ ਨਹੀਂ। ਜਿਵੇਂ ਮੰਨ ਲਓ 0.0006। ਤਾਂ ਆਹ ਵੈਲਿਊ ਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ 0 ਹੈ, ਪਰ ਇਹ ਵੀ ਨਹੀਂ ਕਹਿ ਸਕਦੇ ਵੀ 0 ਤੋਂ ਬਹੁਤ ਵੱਡੀ ਹੈ। ਇਹਦਾ ਮਤਲਬ ਇਹ ਵੈਲਿਊ ਹੌਲੀ ਹੌਲੀ ਕਿਹਨੂੰ ਅਪਰੋਚ ਕਰ ਰਹੀ ਹੈ? 0 ਨੂੰ ਅਪਰੋਚ ਕਰ ਰਹੀ ਹੈ। ਤੇ ਜਦੋਂ ਅਸੀਂ ਇਸ ਤਰੀਕੇ ਨਾਲ ਇਹਨੂੰ ਡਿਨੋਟ ਕਰਨਾ ਹੁੰਦਾ ਤਾਂ ਆਪਾਂ ਵਰਡ ਕੀ ਯੂਜ਼ ਕਰਦੇ ਹਾਂ? ਐ ਤੀਰ ਦਾ ਨਿਸ਼ਾਨ ਲਾਉਣਾ, ਡੈਲਟਾ ਟੀ। ਇਹਦਾ ਮਤਲਬ ਕੀ ਹੈ? ਡੈਲਟਾ ਟੀ ਅਪਰੋਚਿਸ ਟੂ 0। ਡੈਲਟਾ ਟੀ ਹੈ ਬੇਟੇ, ਕੱਲਾ ਟੀ ਨਹੀਂ। ਡੈਲਟਾ ਟੀ ਦਾ ਮਤਲਬ ਕੀ? ਡੈਲਟਾ ਦਾ ਮਤਲਬ ਕੀ ਹੁੰਦਾ? ਚੇਂਜ। ਡੈਲਟਾ ਦਾ ਮਤਲਬ ਕੀ ਹੈ? ਚੇਂਜ। ਚੇਂਜ ਦਾ ਮਤਲਬ ਕਿ ਜਿਵੇਂ ਆਪਾਂ ਇੱਥੇ T1 ਤੇ T2 ਲਈ ਸੀ, T2 ਮਾਈਨਸ T1 ਕਿਹਾ ਸੀ, ਤਾਂ ਇਹ ਚੇਂਜ ਸੀ। ਹੁਣ ਜੇ T2 ਤੇ T1 ਕੀ ਇੱਕ ਦੂਸਰੇ ਦੇ ਬਹੁਤ ਜ਼ਿਆਦਾ ਕਲੋਜ਼ ਹੋ ਜਾਣ ਤਾਂ ਡੈਲਟਾ ਟੀ ਕੀ ਹੋ ਜਾਊਗਾ? ਵੈਰੀ ਵੈਰੀ ਸਮਾਲ ਹੋ ਜਾਊਗਾ। ਇਹਦਾ ਮਤਲਬ ਆਲਮੋਸਟ ਅਪਰੋਚਿਸ ਟੂ ਕੀ ਹੋ ਜਾਊਗਾ? 0 ਹੋ ਜਾਊਗਾ। ਹੁਣ ਇਸੇ ਨੂੰ ਅਸੀਂ ਪੁਰਾਣੀ ਡੈਫੀਨੇਸ਼ਨ ਤੇ ਅਪਲਾਈ ਕਰੀਏ। ਵੈਲੋਸਿਟੀ ਦੀ ਡੈਫੀਨੇਸ਼ਨ ਕੀ ਸੀ? ਆਪਾਂ ਕਿਹਾ ਸੀਗਾ ਡੈਲਟਾ x ਡਿਵਾਈਡ ਬਾਈ ਡੈਲਟਾ ਟੀ। ਆਈ ਲਿਖਿਆ ਸੀ ਨਾ। ਇਹਨੂੰ ਲਿਖਿਆ ਸੀ ਮੰਨ ਲਓ x2 ਮਾਈਨਸ x1 ਡਿਵਾਈਡ ਬਾਈ T2 ਮਾਈਨਸ T1 ਸੀ। ਇਹ ਤਾਂ ਸੀ ਆਪਣੇ ਕੋਲੇ ਵੈਲੋਸਿਟੀ। ਜੇ ਇਸੇ ਤੋਂ ਅਸੀਂ ਕੈਲਕੂਲੇਟ ਕਰਨੀ ਹੋਵੇ ਇੰਸਟੈਂਟੇਨੀਅਸ ਵੈਲੋਸਿਟੀ, ਤਾਂ ਅਸੀਂ ਕੀ ਕਰਦੇ ਹਾਂ? ਇਹੀ ਡੈਫੀਨੇਸ਼ਨ ਲਿਖਾਂਗੇ, v ਇਜ਼ ਇਕੁਅਲ ਟੂ ਡੈਲਟਾ x ਡਿਵਾਈਡ ਬਾਈ ਡੈਲਟਾ t। ਇੱਥੇ ਲਿਖਾਂਗੇ ਲਿਮਟ ਡੈਲਟਾ t ਅਪਰੋਚਿਸ ਟੂ 0। ਦੱਸੋ ਬੇਟੇ ਆ ਮੈਥਮੈਟੀਕਲ ਡੈਫੀਨੇਸ਼ਨ ਕਲੀਅਰ ਹੋਈ ਕਿ ਨਹੀਂ? ਲਿਮਿਟ ਦਾ ਮਤਲਬ ਕੀ ਹੈ ਵੀ ਇਹ ਕੋਈ ਵੀ ਵੈਲਿਊ ਡੈਲਟਾ ਟੀ ਨਹੀਂ ਲੈ ਸਕਦੀ। ਇਹਦੇ ਤੇ ਕੰਡੀਸ਼ਨ ਲਾਤੀ ਹੈ ਵੀ ਡੈਲਟਾ ਟੀ ਕਿੰਨਾ ਹੋ ਸਕਦਾ ਹੈ? ਬਹੁਤ ਛੋਟਾ ਹੋ ਸਕਦਾ ਹੈ। ਐਲ ਟੀ ਦਾ ਮਤਲਬ ਕੀ ਹੈ? ਲਿਮਟ। ਲਿਮਟ ਦਾ ਮਤਲਬ ਕੀ ਹੈ? ਰਿਸਟ੍ਰਿਕਸ਼ਨ ਲਾਉਣੀ। ਲਿਮਟ ਦਾ ਮਤਲਬ ਕੀ ਹੈ ਬੇਟੇ? ਰਿਸਟ੍ਰਿਕਸ਼ਨ, ਕਿਹੜੀਆਂ ਵੈਲਿਊਜ਼ ਉਹ ਲੈ ਸਕਦਾ। ਲਿਮਟ ਡੈਲਟਾ ਟੀ ਅਪਰੋਚਿਸ ਟੂ 0 ਦਾ ਮਤਲਬ ਕੀ ਹੈ ਵੀ ਡੈਲਟਾ ਟੀ ਦਾ ਜਿਹੜਾ ਡਿਫਰੈਂਸ ਹੈ ਨਾ ਦੋ ਵੈਲਿਊਜ਼ ਦਾ, ਉਹ ਲਾਰਜ ਨਹੀਂ ਹੋ ਸਕਦਾ। ਉਹ ਕੀ ਹੋਊਗਾ? ਵੈਰੀ ਵੈਰੀ ਸਮਾਲ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ? ਜਦੋਂ ਆਹ ਚੀਜ਼ ਹੋਊਗੀ ਤਾਂ ਆਪਾਂ ਨੂੰ ਪਤਾ ਹੈ ਵੀ ਜਿਹੜਾ ਇਨਸਟੈਂਟ ਆਪਾਂ ਕੈਲਕੂਲੇਟ ਕਰ ਰਹੇ ਸੀ ਉਹ ਆਪਣੇ ਕੋਲ ਕੀ ਬਣ ਜਾਊਗਾ? ਵੈਰੀ ਵੈਰੀ ਸਮਾਲ। ਤੇ ਵੈਲਿਊ ਕੀ ਆ ਜਾਊਗੀ? ਐਟ ਦੈਟ ਪੁਆਇੰਟ। ਇਸ ਵੈਲਿਊ ਨੂੰ ਆਪਾਂ ਕੀ ਕਵਾਂਗੇ ਬੇਟੇ? ਇੰਸਟੈਂਟੇਨੀਅਸ ਵੈਲਿਊ। ਇਹਦਾ ਮਤਲਬ ਜਦੋਂ ਵੀ ਆਪਾਂ ਵਰਡ ਇੰਸਟੈਂਟੇਨੀਅਸ ਯੂਜ਼ ਕਰਾਂਗੇ ਤਾਂ ਨਾਲ ਆਹ ਚੀਜ਼ ਲਿਖੀ ਹੋਊਗੀ, ਡੈਲਟਾ ਟੀ ਅਪਰੋਚਿਸ ਟੂ 0 ਡੈਲਟਾ x ਬਾਈ ਡੈਲਟਾ। ਇਸ ਚੀਜ਼ ਨੂੰ ਆਪਾਂ ਵਾਰੀ ਵਾਰੀ ਨਹੀਂ ਲਿਖਦੇ ਆ, ਇਹਨੂੰ ਡੈਲਟਾ ਨੂੰ ਆਪਾਂ ਐ ਲਿਖਣ ਲੱਗ ਜੰਨੇ ਆ dx ਬਾਈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਜਿੱਥੇ ਵੀ ਵਰਡ ਆ ਲਿਖਿਆ ਹੁੰਦਾ dx ਬਾਈ dt, ਇਟ ਮੀਨਸ ਉਹ ਕਿਹੜੀ ਵੈਲਿਊ ਲਿਖੀ ਹੁੰਦੀ ਹੈ? ਇੰਸਟੈਂਟੇਨੀਅਸ ਵੈਲਿਊ। ਉਹ ਕਿਹੜੀ ਵੈਲਿਊ ਆਪਣੇ ਕੋਲੇ? ਹਾਂ, ਜਿਵੇਂ ਆ ਰੇਸ਼ੋ ਆਪਣੇ ਕੋਲ ਲਈ ਹੋਈ ਹੈ dx ਬਾਈ dt ਤੇ ਕੁਝ ਵੀ ਨਹੀਂ ਨਾਲ ਲਿਖਿਆ ਹੋਇਆ, ਇਟ ਮੀਨਸ ਇਹ ਕਿਹੜੀ ਵੈਲਿਊ ਹੈ? ਇਹ ਇੰਸਟੈਂਟੇਨੀਅਸ ਵੈਲੋਸਿਟੀ ਹੈ। ਤਾਂ ਡੈਫੀਨੇਸ਼ਨ ਆਪਾਂ ਕੀ, ਵਟ ਇਜ਼ ਇੰਸਟੈਂਟੇਨੀਅਸ ਵੈਲੋਸਿਟੀ? ਤਾਂ ਆਪਾਂ ਕਿਹਾ ਇਟ ਇਜ਼ ਦੀ ਰੇਸ਼ੋ ਆਫ ਦੀ ਡਿਸਪਲੇਸਮੈਂਟ ਟੂ ਦੀ ਟਾਈਮ। ਠੀਕ ਹੈ ਜੀ, ਇਨ ਅ ਇੰਟਰਵਲ ਹਾਊ ਐਵਰ ਸਮਾਲ ਦੈਟ ਇੰਟਰਵਲ ਮੇ ਬੀ।
क्लियर होया कि नहीं होया बेटे? हाउ एवर स्मॉल दैट इंटरवल मे बी। ठीक है, ये वैल्यू होगी अपने को इंस्टैंटेनियसली एवरेज। ਹੁਣ ਆਪਾਂ ਗੱਲ ਕਰਦੇ ਹਾਂ, ਆਪਾਂ ਦੇਖੋ ਪਹਿਲਾਂ ਸਿੰਪਲ ਗੱਲ ਕੀਤੀ ਵੈਲੋਸਿਟੀ ਦੀ, ਫਿਰ ਆਪਾਂ ਗੱਲ ਕੀਤੀ ਇੰਸਟੈਂਟੇਨੀਅਸ ਵੈਲੋਸਿਟੀ ਦੀ, ਹੁਣ ਅਸੀਂ ਗੱਲ ਕਰਦੇ ਹਾਂ ਐਵਰੇਜ ਵੈਲੋਸਿਟੀ। ਠੀਕ ਹੈ, ਐਵਰੇਜ ਵੈਲੋਸਿਟੀ। ਐਵਰੇਜ ਵੈਲੋਸਿਟੀ ਜਾਂ ਇਹਨੂੰ ਕਹਿ ਦਿੰਦੇ ਆ ਮੀਨ ਵੈਲੋਸਿਟੀ। ਐਵਰੇਜ ਵੈਲੋਸਿਟੀ ਜਾਂ ਮੀਨ ਵੈਲੋਸਿਟੀ। ਐਵਰੇਜ ਦੇਖੋ ਬੇਟੇ, ਆਪਾਂ ਜਿਵੇਂ ਮੰਨ ਲਓ ਕੋਈ ਗੱਡੀ ਹੈ, ਕੋਈ ਸਕੂਟਰੀ ਹੈ, ਆਪਾਂ ਆਮ ਤੌਰ ਤੇ ਕਹਿੰਦੇ ਆਪਾਂ ਕਹਿੰਦੇ ਯਾਰ ਐਵਰੇਜ ਘੱਟ ਦਿੰਦੀ ਹੈ ਸਕੂਟਰੀ, ਮੋਟਰਸਾਈਕਲ ਐਵਰੇਜ ਘੱਟ ਦਿੰਦਾ। ਗੱਲ ਕਰਦੇ ਕਿ ਨਹੀਂ ਕਰਦੇ? ਹਾਂ, ਇਹਦਾ ਮਤਲਬ ਕੀ ਹੈ? ਦੇਖੋ ਆਪਣੇ ਕੋਲੇ ਕੀ ਹੁੰਦਾ ਬੇਟੇ, ਆਪਾਂ ਡਾਇਗਰਾਮ ਬਣਾ ਕੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਉਸੇ ਤਰ੍ਹਾਂ ਨਾਲ ਆਪਾਂ ਅਲੱਗ-ਅਲੱਗ ਇੰਟਰਵਲ ਬਣਾ ਲਈਏ, ਏ ਬੀ ਸੀ। ਮੰਨ ਲਓ ਇੱਥੇ x1 ਡਿਸਟੈਂਸ ਕਵਰ ਕੀਤਾ, ਇੱਥੇ x2 x3 x4, ਇੱਥੇ ਟਾਈਮ ਲੈ ਲਿਆ t1 t2 t3 ਤੇ t4। ਇਹਦਾ ਮਤਲਬ ਹਰੇਕ ਇੰਟਰਵਲ ਦੇ ਵਿੱਚ ਜਿਹੜੀ ਵੈਲੋਸਿਟੀ ਉਹ ਅਲੱਗ-ਅਲੱਗ ਹੈ। ਪਹਿਲੇ ਇੰਟਰਵਲ ਦੇ ਵਿੱਚ ਵੈਲੋਸਿਟੀ ਕਿੰਨੀ ਹੈ? v1। ਰੇਸ਼ੋ ਕੀ ਆਊਗੀ? x2 ਮਾਈਨਸ x1 ਡਿਵਾਈਡ ਬਾਈ t2 ਮਾਈਨਸ t1। ਇਸ ਇੰਟਰਵਲ 'ਚ ਵੈਲੋਸਿਟੀ ਦੀ ਵੈਲਿਊ ਕਿੰਨੀ ਹੈ? ਮੰਨ ਲਓ ਇੱਥੇ ਵੈਲਿਊ ਹੈ v2, ਕੀ ਵੈਲਿਊ ਆਊਗੀ? x3 ਮਾਈਨਸ x2 ਡਿਵਾਈਡ ਬਾਈ t3 ਮਾਈਨਸ t2। ਇਸ ਇੰਟਰਵਲ ਦੇ ਵਿੱਚ ਵੈਲਿਊ ਮੰਨ ਲਓ ਵੈਲੋਸਿਟੀ ਦੀ ਹੈਗੀ ਹੈ v3, ਕੀ ਆਊਗੀ? x4 ਮਾਈਨਸ x3। ਵੈਰੀ ਗੁੱਡ ਬੇਟੇ। ਇਹਦਾ ਮਤਲਬ ਹਰੇਕ ਇੰਟਰਵਲ ਦੇ ਵਿੱਚ ਵੈਲੋਸਿਟੀ ਹੈ ਜਿਹੜੀ ਉਹ ਅਲੱਗ-ਅਲੱਗ ਹੈ ਨਾ। ਜਿਵੇਂ ਆਪਾਂ ਗੱਲ ਕਰਦੇ, ਮੰਨ ਲਓ ਮੈਂ ਮਲੋਟ ਤੋਂ ਆਉਣਾ ਅਰਨੀ ਵਾਲੇ, ਤਾਂ ਇਹ ਕੋਈ ਹੈ ਵੀ ਮੈਂ ਘਰੋਂ ਮੰਨ ਲਓ ਕਾਰ ਤੇ ਬਹਿ ਗਿਆ, 60 ਦੀ ਸਪੀਡ ਤੇ ਕਰਤੀ, ਤਾਂ ਸਾਰੇ ਰਾਹ ਦੇ ਵਿੱਚ 60 ਹੀ ਆਈ ਜਾਊਗੀ। ਜਿੱਥੇ ਰਸ਼ ਜ਼ਿਆਦਾ ਆ ਜਾਊਗਾ ਉੱਥੇ 10 ਦੀ ਸਪੀਡ ਵੀ ਹੋ ਸਕਦੀ, 20 ਦੀ ਵੀ ਹੋ ਸਕਦਾ ਰੁਕਣਾ ਵੀ ਪਵੇ। ਜਿੱਥੇ ਸੜਕ ਖਾਲੀ ਹੋਊਗੀ ਉੱਥੇ 100 ਵੀ ਹੋ ਸਕਦੀ, 120 ਵੀ ਹੋ ਸਕਦੀ ਹੈ, 90 ਵੀ ਹੋ ਸਕਦੀ, 80 ਵੀ ਹੋ ਸਕਦੀ ਹੈ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕਈ ਵਾਰੀ ਸਾਨੂੰ ਕੀ ਹੁੰਦਾ ਹੈ, ਸਾਨੂੰ ਇੰਸਟੈਂਟੇਨੀਅਸ ਵੈਲਿਊ ਨਾਲ ਮਤਲਬ ਨਹੀਂ ਹੁੰਦਾ, ਸਾਨੂੰ ਸਿਰਫ ਇਹ ਮਤਲਬ ਹੁੰਦਾ ਵੀ ਇੱਥੋਂ ਲੈ ਕੇ ਇੱਥੇ ਸਮੇਂ ਤੱਕ ਕਿੰਨੀ ਸਪੀਡ ਤੇ ਜਾਇਆ ਜਾਵੇ ਤੇ ਕਿੰਨੇ ਸਮੇਂ 'ਚ ਆਪਾਂ ਪਹੁੰਚ ਜਾਾਂਗੇ। ਤਾਂ ਉੱਥੇ ਅਸੀਂ ਕੀ ਕਰਦੇ ਹਾਂ? ਐਵਰੇਜ ਕੱਢ ਦਿੰਦੇ ਹਾਂ। ਹੁਣ ਮੰਨ ਲਓ ਜਿਵੇਂ ਐਵਰੇਜ, ਹਾਂਜੀ, ਐਵਰੇਜ ਵੈਲੋਸਿਟੀ ਕਿੰਨੇ ਬਰਾਬਰ ਹੋਊਗੀ? ਟੋਟਲ ਡਿਸਟੈਂਸ ਬਾਈ ਟੋਟਲ ਟਾਈਮ। ਠੀਕ ਹੈ ਜੀ, ਟੋਟਲ ਟਾਈਮ। ਵੀ ਆਪਾਂ ਜਿਹੜਾ ਡਿਸਪਲੇਸਮੈਂਟ ਹੈ ਉਹਦਾ ਵੀ ਟੋਟਲ ਕਰ ਦਿੰਨੇ ਆ, ਤੇ ਜਿਹੜਾ ਟਾਈਮ ਹੈ ਉਹਦਾ ਵੀ ਟੋਟਲ ਕਰ ਦਿੰਨੇ ਆ। ਕਹਿਣ ਦਾ ਮਤਲਬ ਇੱਥੇ ਕੀ ਆ ਜੂ? x1 ਪਲੱਸ x2 ਪਲੱਸ x3 ਪਲੱਸ x4। ਟੋਟਲ ਟਾਈਮ ਕਿੰਨਾ ਲੱਗਿਆ ਸੀਗਾ? t1 ਪਲੱਸ t2 ਪਲੱਸ t3 ਪਲੱਸ t4। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹਨੂੰ ਲਿਖ ਦਿੰਨੇ ਆ ਡੈਲਟਾ x ਬਾਈ ਡੈਲਟਾ ਟੀ। ਹੁਣ ਇਹਦੇ ਵਿੱਚ ਲਿਮਟ ਨਹੀਂ ਲਿਖੀ ਆਪਾਂ ਡੈਲਟਾ ਟੀ ਅਪਰੋਚਿਸ ਟੂ 0, ਕਿਉਂਕਿ ਉਹ ਇੰਸਟੈਂਟੇਨੀਅਸ ਹੋ। ਇਹਦਾ ਮਤਲਬ ਜਿਹੜੀ ਇੱਥੇ ਸਾਡੇ ਕੋਲ ਵੈਲੋਸਿਟੀ ਆਈ ਉਹਨੂੰ ਅਸੀਂ ਡੈਲਟਾ v ਕਹਿ ਦਿੰਦੇ ਹਾਂ, ਜਾਂ ਕਹਿ ਦਿੰਦੇ ਹਾਂ v ਆਫ ਐਵਰੇਜ, ਇਸ ਤਰ੍ਹਾਂ ਨਾਲ ਲਿਖ ਦਿੰਦੇ ਹਾਂ। ਜਾਂ ਅਸੀਂ ਕੀ ਕਰਦੇ ਹਾਂ, ਉਹਦੇ ਉੱਪਰ ਇੱਕ ਲਾਈਨ ਲਾ ਦਿੰਦੇ ਹਾਂ ਇਸ ਤਰ੍ਹਾਂ। ਦੇਖੋ ਬੇਟੇ, ਲਾਈਨ ਐ ਨਹੀਂ ਲਾਈ, ਇਹ ਵੈਕਟਰ ਹੈ, ਇਹ ਸਾਡੇ ਕੋਲ ਕੀ ਹੈ? ਇਹ ਵੈਕਟਰ ਹੈ। ਆਪਾਂ ਸਿੰਪਲੀ ਲਾਈਨ ਆ ਲਾਈ ਹੈ, ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਐਵਰੇਜ ਵੈਲੋਸਿਟੀ। ਜਨਰਲੀ ਆਪਾਂ ਵੀ ਇਹਦੇ ਦਿਨ ਦੇ ਕਨਫਿਊਜ਼ਨ ਹੁੰਦੀ ਆ, ਆਪਾਂ ਵੈਲਿਊ ਆਹੀ ਲਿਖਦੇ ਹਾਂ। ਇਹਦਾ ਮਤਲਬ ਐਵਰੇਜ ਵੈਲੋਸਿਟੀ ਆਪਣੇ ਕੋਲ ਕਹਿੰਦੇ ਬਰਾਬਰ ਆ ਗਈ ਡੈਲਟਾ x ਬਾਈ ਡੈਲਟਾ ਟੀ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਡੈਫੀਨੇਸ਼ਨ ਕੀ ਕਹਿੰਦੀ ਹੈ? ਡੈਫੀਨੇਸ਼ਨ ਆ ਹੈ ਟੋਟਲ ਡਿਸਪਲੇਸਮੈਂਟ ਬਾਈ ਟੋਟਲ ਟਾਈਮ। ਟੋਟਲ ਡਿਸਪਲੇਸਮੈਂਟ ਬਾਈ ਟੋਟਲ ਟਾਈਮ। ਤਾਂ ਜਿਹੜੀ ਵੈਲੋਸਿਟੀ ਆ ਜੂਗੀ ਸਾਡੇ ਕੋਲ ਐਵਰੇਜ ਵੈਲੋਸਿਟੀ। ਐਵਰੇਜ ਵੈਲੋਸਿਟੀ ਦਾ ਫਿਜ਼ੀਕਲੀ ਮੀਨਿੰਗ ਕੀ ਹੈ? ਦੇਖੋ
ਆਪਾਂ ਕਿਹਾ ਵੀ ਮੰਨ ਲਓ ਇੱਕ ਸਟੇਸ਼ਨ A ਤੋਂ ਇੱਕ ਸਟੇਸ਼ਨ B ਤੇ ਆਪਾਂ ਗਏ ਹਾਂ, ਜਿਵੇਂ ਆਪਾਂ ਪਹਿਲਾਂ ਕਹੇ ਮੰਨ ਲਓ V1 5 ਮੀਟਰ ਪਰ ਸੈਕਿੰਡ, ਕਿਸੇ ਇੰਟਰਵਲ ਦੇ ਵਿੱਚ V2 ਦੀ ਵੈਲਿਊ ਹੋਊਗੀ 10 ਮੀਟਰ ਪਰ ਸੈਕਿੰਡ, ਠੀਕ ਹੈ ਜੀ। ਫਿਰ ਆਪਣੇ ਕੋਲੇ ਵੈਲਿਊ ਹੋ ਗਈ ਮੰਨ ਲਓ 15 ਮੀਟਰ ਪਰ ਸੈਕਿੰਡ, ਠੀਕ ਹੈ। ਪਰ ਸੈਕਿੰਡ ਪਰ ਸੈਕਿੰਡ ਪਰ ਸੈਕਿੰਡ, ਇਹਦਾ ਮਤਲਬ ਇੱਥੇ ਵੀ ਟਾਈਮ 1 ਸੈਕਿੰਡ 1 ਸੈਕਿੰਡ ਹੈ। ਤੇ ਜੇ ਅਸੀਂ ਐਵਰੇਜ ਕੱਢਣੀ ਹੋਵੇ ਤਾਂ ਕੀ ਹੋਊਗੀ, V1 ਪਲੱਸ V2 ਪਲੱਸ V3 ਡਿਵਾਈਡ ਬਾਈ 3, ਆ ਵੀ ਫਾਰਮੂਲਾ ਲਾਇਆ ਜਾ ਸਕਦਾ। ਇੱਥੇ ਵੈਲੋਸਿਟੀ ਕਰ ਰਹੇ ਹਾਂ ਬੇਟੇ, V1 ਪਲੱਸ V2 ਪਲੱਸ V3 ਡਿਵਾਈਡ ਬਾਈ 3, ਜੇ 4 ਵੈਲਿਊ ਤਾਂ 4 ਦਾ ਜੋੜ ਕਰਕੇ ਬਟਾ 4, ਜੇ 5 ਵੈਲਿਊ ਤਾਂ 5 ਦਾ ਜੋੜ ਕਰਕੇ ਬਟਾ 5, ਤੇ ਜੇ 2 ਵੈਲਿਊ ਹੈ ਤਾਂ ਕੀ ਕਰਾਂਗੇ, ਜੇ 2 ਵੈਲਿਊ ਹੈ ਤਾਂ ਦੋਵਾਂ ਦਾ ਜੋੜ ਕਰਕੇ ਬਟਾ 2। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? V1 ਪਲੱਸ V2 ਡਿਵਾਈਡ ਬਾਈ 2, ਆ ਵੀ ਵੈਲਿਊ ਸਾਡੇ ਕੋਲ ਐਵਰੇਜ ਹੈ। ਐਵਰੇਜ ਦਾ ਮਤਲਬ ਕੀ ਹੈ ਵੀ ਜੇਕਰ ਅਸੀਂ ਇਸ ਇੰਟਰਵਲ ਦੇ ਵਿੱਚ, ਜਿਵੇਂ ਆਪਾਂ ਇੱਥੇ ਕੈਲਕੂਲੇਟ ਕਰੀਏ, ਬੇਟਾ ਡਿਸਟਰਬੈਂਸ ਵੀ ਕਿੰਦੀ ਆਈ ਜਾਂਦੀ ਹੈ, ਪਲੀਜ਼ ਆਪਦਾ ਮਾਈਕ ਮਿਊਟ ਕਰ ਲਓ ਬੇਟੇ, ਫੈਨ ਦੀ ਆਵਾਜ਼ ਆਈ ਜਾਂਦੀ ਬਹੁਤ ਜ਼ਿਆਦਾ। ਜੇ ਅਸੀਂ ਆਹ ਵੈਲਿਊ ਕੱਢੀਏ, ਵੇਖੋ ਪਹਿਲੇ ਇੰਟਰਵਲ 'ਚ 5, ਦੂਸਰੇ 'ਚ 10, ਤੀਸਰੇ ਦੇ ਵਿੱਚ 15 ਬਟਾ 3 ਕਰ ਦਈਏ ਤਾਂ ਕਿੰਨਾ ਬਣ ਗਿਆ ਇਹ, 20 ਤੇ 10 30 ਬਟਾ 3, ਤਾਂ ਵੈਲਿਊ ਕਿੰਨੀ ਆ ਗਈ 10। ਐਵਰੇਜ ਵੈਲੋਸਿਟੀ ਕਿੰਨੀ ਆ ਗਈ ਬੇਟੇ, 10 ਮੀਟਰ ਪਰ ਸੈਕਿੰਡ। ਐਵਰੇਜ ਵੈਲੋਸਿਟੀ ਦਾ ਮਤਲਬ ਇਹ ਹੈ ਪੁੱਤਰ ਵੀ ਜੇਕਰ ਅਸੀਂ ਕਦੇ 5 ਦੀ ਹੋ ਗਈ, ਕਦੇ 10 ਦੀ, ਕਦੇ 15 ਦੀ, ਇਹ ਵੈਲੋਸਿਟੀ ਦੀ ਥਾਂ ਤੇ A ਪੁਆਇੰਟ ਤੋਂ ਲੈ ਕੇ B ਪੁਆਇੰਟ ਤੱਕ 10 ਹੀ ਰੱਖੀ ਹੈ ਆਪਦੀ ਵੈਲੋਸਿਟੀ। ਵੈਲੋਸਿਟੀ ਕਿੰਨੀ ਰੱਖੀ ਹੈ, 10 ਮੀਟਰ ਪਰ ਸੈਕਿੰਡ। ਤਾਂ A ਤੋਂ B 'ਚ ਓਨੇ ਸਮੇਂ ਦੇ ਵਿੱਚ ਹੀ ਪਹੁੰਚ ਜੂ ਜਿੰਨੇ ਸਮੇਂ ਦੇ ਵਿੱਚ ਇੱਥੇ ਪਹੁੰਚੀ ਸੀ, ਕਦੇ 5, ਕਦੇ 10 ਤੇ ਕਦੇ 15। ਇਹਨੂੰ ਕਹਿੰਦੇ ਐਵਰੇਜ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਬੇਟੇ, ਇਹ ਕਨਸੈਪਟ ਹੈ ਜਿਹੜੇ ਸਾਰੇ ਜਿਹੜੇ ਅੱਜ ਆਪਾਂ ਕੀਤੇ ਬੇਸਿਕ, ਜੇ ਇਹਨਾਂ ਨੂੰ ਕਲੀਅਰ ਕਰਕੇ ਰੱਖਿਓ। ਵੈਲੋਸਿਟੀ ਕੀ ਹੈ, ਐਵਰੇਜ ਵੈਲੋਸਿਟੀ ਕੀ ਹੈ, ਇੰਸਟੈਂਟੇਨੀਅਸ ਵੈਲੋਸਿਟੀ ਕੀ ਹੈ, ਯੂਨੀਫਾਰਮ ਵੈਲੋਸਿਟੀ ਕੀ ਹੈ, ਇਹ ਬੇਸਿਕ ਡੈਫੀਨੇਸ਼ਨ ਜਦੋਂ ਤੁਸੀਂ ਕਲੀਅਰ ਕਰ ਲਓਗੇ ਤਾਂ ਕੱਲ ਅਸੀਂ ਇਹਨਾਂ ਦੇ ਗ੍ਰਾਫ ਕਰਾਂਗੇ, ਪੋਜੀਸ਼ਨ ਟਾਈਮ ਗ੍ਰਾਫ ਤੇ ਵੈਲੋਸਿਟੀ ਟਾਈਮ ਗ੍ਰਾਫ। ਠੀਕ ਹੈ ਜੀ, ਪੋਜੀਸ਼ਨ ਟਾਈਮ ਗ੍ਰਾਫ ਤੇ ਵੈਲੋਸਿਟੀ ਟਾਈਮ ਗ੍ਰਾਫ ਹੈ ਜਿਹੜੇ ਅਸੀਂ ਕੱਲ ਕਰਾਂਗੇ, ਤੇ ਇਹਦੇ ਨਾਲ ਰਿਲੇਟਡ ਹੈ ਜਿਹੜੇ ਅਸੀਂ 1 1 2 2 ਨੂਮੈਰੀਕਲ ਕਰਾਂਗੇ। ਠੀਕ ਹੈ, ਫਿਰ ਇੱਥੇ ਹਾਂ ਇਹ ਡੈਫੀਨੇਸ਼ਨ ਆਪਦੀ ਕਲੀਅਰ ਕਰਕੇ ਰੱਖਿਓ ਕੱਲ। ਠੀਕ, ਠੀਕ ਹੈ ਬੇਟੇ।